ਅੱਛਾ ਗੱਡੀ ਤੇ ਡਿਲੀਵਰੀ ਹੋਰ ਹੁੰਦੀ ਉਹਦੇ ਰਾਹ ਹੋਰ ਮੈਪ ਦੱਸਦਾ ਤੇ ਸਾਈਕਲ ਤੇ ਹੋਰ ਰੱਖ ਦੱਸਦਾ। ਰਾਤੀ ਮੈਂ ਲਾ ਰਿਹਾ ਹਾਂ ਸਾਈਕਲ ਤੇ ਉਹ ਸ਼ੁਕਰ ਹੈ ਅੱਲਾ ਦਾ ਕਿਸੇ ਇੰਜ ਦੇ ਰਾਹ ਤੋਂ ਨਹੀਂ ਆਇਆ, ਕਿਉਂਕਿ ਮੇਰੇ ਸਾਈਕਲ ਦੇ ਅੱਗੇ ਬੱਤੀ ਵੀ ਨਹੀਂ ਸੀ ਲੱਗੀ। ਇਹ ਹੁਣ ਇੱਕ ਛੋਟੀ ਜਿਹੀ ਪੁਲੀ ਉਹਦੇ ਥੱਲਿਓਂ ਲੱਥ ਕੇ ਇੱਥੋਂ ਸਾਈਕਲ ਮੋੜ ਕੇ ਲੰਘਣਾ ਪੈਣਾ। ਰਾਤੀ ਜੇ ਮੈਂ ਆਈਂਦੇ ਰਾਹ 'ਚ ਆਈ ਜਾਂਦਾ ਮੈਂ ਤਾਂ ਜ਼ਲੀਲ ਹੋ ਜਾਣਾ ਸੀ। ਡਿਲੀਵਰੀ ਮੈਂ ਚੁੱਕ ਲਈ ਸੀ ਅਤੇ ਸਾਈਕਲ ਦੇ ਅੱਗੇ ਬੱਤੀ ਲੱਗੀ ਹਾਲੇ, ਲੇਕਿਨ ਮੈਨੂੰ ਚਲਾਉਣੀ ਨਹੀਂ ਆਉਂਦੀ। ਅਤੇ ਇਹ ਜੇ ਜੀ ਇੱਥੇ ਪੈਸੇ ਕਮਾਏ ਜਾ ਰਹੇ ਨੇ। ਅਤੇ ਸਾਡੇ ਉੱਤੇ ਇੱਕ ਇਲਜ਼ਾਮ ਇਹ ਵੀ ਸੀ ਕਿ ਅਸੀਂ ਮਿਹਨਤੀ ਨਹੀਂ ਹੈ। ਵੀ ਅਸੀਂ ਤਾਂ ਉੱਥੇ ਮਿਹਨਤ ਨਹੀਂ ਸਾਂ ਕਰਦੇ, ਉੱਥੇ ਮਿਹਨਤ ਜਿਹੜਾ ਮਜ਼ਦੂਰ ਕਰਦਾ ਉਹਨੂੰ 15,000 ਮਿਲਦਾ ਹੈ ਬਸ। ਉਹਦੀ ਵਜ੍ਹਾ ਕੀ ਹੈ? ਕਿਉਂਕਿ ਸਾਨੂੰ ਇਹਨਾਂ ਨੇ ਗੈਰ ਪੈਦਾਵਾਰੀ ਲੋਕ ਬਣਾ ਦਿੱਤਾ ਹੈ। ਪੈਦਾਵਾਰੀ ਲੋਕ ਕੌਣ ਹੁੰਦੇ ਨੇ? ਪੈਦਾਵਾਰੀ ਲੋਕ ਉਹ ਹੁੰਦੇ ਨੇ ਜਿਹੜੇ ਮਾਹਰ ਹੋਣ ਆਪਣੇ ਕੰਮਾਂ 'ਚ। ਇੱਥੇ ਜਿਹੜੀ ਇੱਕ ਫੈਕਟਰੀ ਹੈ ਨਾ ਉਹ ਬੜੀ ਅੱਛੀ ਪ੍ਰੋਡਕਸ਼ਨ ਕਰ ਰਹੀ ਹੈ, ਕਿਉਂਕਿ ਉੱਥੇ ਕੋਈ ਵਕਤ ਜ਼ਾਇਆ ਨਹੀਂ। ਸਾਡੀਆਂ ਫੈਕਟਰੀਆਂ ਵੀ ਗੈਰ ਪੈਦਾਵਾਰੀ ਨੇ। ਜਿੰਨੀ ਦੇਰ ਤੱਕ ਤੁਸੀਂ ਆਪਣੀ ਜ਼ੁਬਾਨ ਦੇ ਵਿੱਚ ਮਾਹਰੀਨ ਨਹੀਂ ਨਾ ਤਿਆਰ ਕਰਦੇ। ਸਾਨੂੰ ਗੁਜਰਾਂਵਾਲੇ ਸ਼ਹਿਰ ਦੇ ਵਿੱਚ ਕੋਈ ਵੀ ਕੰਮ ਕਰਾਉਣਾ ਹੋਏ ਨਾ, ਕੋਈ ਮਾਹਰ ਲੱਭਦਾ ਹੀ ਨਹੀਂ, ਸਭ ਨੌਸਰਬਾਜ਼ ਲੱਭਦੇ ਨੇ। ਇਹ ਨਹੀਂ ਕਿ ਉਹ ਜੰਮਦੇ ਹੀ ਨੌਸਰਬਾਜ਼ ਸਨ। ਜਦੋਂ ਤੁਸੀਂ ਉਹਨਾਂ ਨੂੰ ਕੋਈ ਹੁਨਰ ਨਹੀਂ ਸਿਖਾਇਆ, ਉਹਨਾਂ ਦੀ ਉਮਰ ਲੰਘ ਗਈ ਹੈ, ਫਿਰ ਉਹਨਾਂ ਨੇ ਕਿਹਾ ਯਾਰ ਜ਼ਿੰਦਗੀ ਤਾਂ ਗੁਜ਼ਾਰਨੀ ਹੈ, ਹੁਣ ਨੌਸਰਬਾਜ਼ੀ 'ਤੇ ਗੁਜ਼ਾਰੋ। ਅਤੇ ਇੱਥੇ ਆ ਕੇ ਅਸੀਂ ਮਿਹਨਤਾਂ ਕਰ ਰਹੇ ਹਾਂ, ਸਾਨੂੰ ਉੱਥੇ ਹੀ ਆ ਟਾਈਮ ਸਿਰ ਹੁਨਰ ਸਿਖਾ ਦਿੰਦੇ ਅਤੇ ਅਸੀਂ ਉੱਥੇ ਵੀ ਮਿਹਨਤ ਕਰ ਲੈਣੀ ਸੀ। ਜੇ ਸਾਨੂੰ ਪਤਾ ਹੁੰਦਾ ਨਾ ਕਿ ਉੱਥੇ ਮਿਹਨਤ ਕਰਕੇ 5 ਲੱਖ ਰੁਪਈਆ, ਜਿੰਝ ਸਾਰੀ ਦੁਨੀਆ 5-10 ਲੱਖ ਰੁਪਈਆ ਕਮਾ ਰਹੀ ਹੈ। ਜਿਹੜੇ ਵੀ ਤਰੱਕੀ ਯਾਫਤਾ ਮੁਲਕ ਨੇ ਉੱਥੇ ਲੋਕ ਮਾਹਰ ਨੇ ਔਰ ਇੰਨੇ ਕੁ ਪੈਸੇ ਕਮਾ ਰਹੇ ਨੇ ਕਿ ਉਹਨਾਂ ਨੂੰ ਛੱਡ ਕੇ ਜਾਣ ਦੀ ਲੋੜ ਨਹੀਂ। ਜਿੰਨੇ ਗੈਰ ਤਰੱਕੀ ਯਾਫਤਾ ਮੁਲਕ ਨੇ ਜਿਹੜੇ ਆਪਣੀਆਂ ਜ਼ਬਾਨਾਂ ਹੀ ਨਹੀਂ ਪੜ੍ਹਦੇ, ਤੁਸੀਂ ਇਹ ਮੇਰੇ ਨਾਲ ਸ਼ਰਤ ਲਾ ਲਓ, ਦੁਨੀਆ 'ਚ ਸਿਰਫ ਉਹੀ ਮੁਲਕ ਗਰੀਬ ਨੇ ਜਿਨ੍ਹਾਂ ਦੀ ਆਫੀਸ਼ੀਅਲ ਲੈਂਗੁਏਜ ਜਾਂ ਫਰੈਂਚ ਜਾਂ ਇੰਗਲਿਸ਼ ਹੈ। ਜਾਓ ਜਾ ਕੇ ਗੂਗਲ ਕਰਕੇ ਵੇਖ ਲਓ। ਜਿਨ੍ਹਾਂ ਦੀ ਸਰਕਾਰੀ ਜ਼ਬਾਨ ਆਪਣੀ ਉਹ ਨਹੀਂ ਜੇ ਗਰੀਬ ਹੈ।